ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘਨਾਥ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਸੁਖਵਿੰਦਰ ਕੌਰ ਸ਼ੁੱਕਰਵਾਰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਪਿਛਲੇ ਹਫਤੇ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਕੌਮੀ ਹੀਰਿਆਂ ਦਾ ਜ਼ਿੰਦਗੀਨਾਮਾ। ਇਹ ਇੱਕ ਲੜੀਵਾਰ ਪ੍ਰੋਗਰਾਮ ਹੈ ਤੇ ਅੱਜ ਅਸੀਂ ਇਸ ਦਾ ਦੂਸਰਾ ਭਾਗ ਪੇਸ਼ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਥ ਦੀਆਂ ਵੱਖ-ਵੱਖ ਉੱਘੀਆਂ ਹਸਤੀਆਂ ਦਾ ਜੀਵਨ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਤੇ ਜਾਣੂ ਕਰਵਾਵਾਂਗੇ ਉਹਨਾਂ ਦੀਆਂ ਹੱਡ ਬੀਤੀਆਂ ਤੋਂ। ਆਓ ਪ੍ਰੋਗਰਾਮ ਦੀ ਮਿਸ਼ਨ ਸਟੇਟਮੈਂਟ ਪਹਿਲਾਂ ਸਾਂਝੀ ਕਰਦੇ ਹਾਂ ਜੀ। ਭੈ ਕਾਹੂ ਕੋ ਦੇਤਨੈ ਨੈ ਪੈ ਮਾਨਤ ਹਨ। ਗੁਰਬਾਣੀ ਦੀ ਇਸ ਤੁਕ ਨੂੰ ਜਦੋਂ ਅਸੀਂ ਵੇਖਦੇ ਹਾਂ ਤਾਂ ਬਹੁਤ ਸਾਰੀਆਂ ਉੱਘੀਆਂ ਹਸਤੀਆਂ ਦਾ ਜੀਵਨ ਇਸੇ ਤੁਕ ਦੇ ਉੱਤੇ ਟੁਕਦਾ ਜਾਪਦਾ ਹੈ। ਪਿਛਲੇ ਹਫਤੇ ਅਸੀਂ ਸਵੈ ਜੀਵਨੀ ਸ਼ੁਰੂ ਕੀਤੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ਜੀ ਦੀ। ਬੋਲੇ ਸਾਚ ਮਿੱਥਿਆ ਨਹੀਂ ਰਾਈ। ਇਹ ਮੈਂ ਕਿਤਾਬ ਦਰਸ਼ਕਾਂ ਨੂੰ ਦਿਖਾਉਣਾ ਚਾਹਾਂਗੀ। ਜੇ ਕੋਈ ਵੀਰ ਭੈਣ ਲੈ ਕੇ ਪੜ੍ਹਨਾ ਚਾਹੁੰਦਾ ਹੈ ਤਾਂ ਜ਼ਰੂਰ ਇਸ ਨੂੰ ਲੈ ਕੇ ਪੜ੍ਹ ਸਕਦਾ ਹੈ। ਪਰ ਸਿੰਘਨਾਥ ਦੀ ਟੀਮ ਦਾ ਇਹ ਇੱਕ ਉਪਰਾਲਾ ਕਿ ਉੱਘੀਆਂ ਹਸਤੀਆਂ ਦੀਆਂ ਸਵੈ ਜੀਵਨੀਆਂ ਪੜ੍ਹ ਕੇ ਆਡੀਓ ਦੇ ਰੂਪ ਦੇ ਵਿੱਚ ਪੇਸ਼ ਕੀਤੀਆਂ ਜਾਣ ਤਾਂ ਜੋ ਜਿਸ ਕਿਸੇ ਕੋਲ ਸਮਾਂ ਨਹੀਂ ਹੈ ਬਹਿ ਕੇ ਪੜ੍ਹਨ ਦਾ ਉਹ ਸੁਣ ਸਕੇ ਉੱਘੀਆਂ ਹਸਤੀਆਂ ਦੀਆਂ ਜੀਵਨੀਆਂ ਨੂੰ। ਸੋ ਅਸੀਂ ਗੱਲ ਕਰ ਰਹੇ ਸਾਂ ਮਿਸ਼ਨ ਸਟੇਟਮੈਂਟ ਦੀ ਕਿ ਭੈ ਕਾਹੂ ਕੋ ਦੇਤਨੈ ਨੈ ਪੈ ਮਾਨਤਾਨ। ਇਸ ਮਿਸ਼ਨ ਸਟੇਟਮੈਂਟ ਨੂੰ ਦੇਖਦੇ ਹਾਂ, ਇਸ ਸਵੈ ਜੀਵਨੀ ਨੂੰ ਪੜ੍ਹਦੇ ਹਾਂ ਤੇ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਦਾ ਜੇ ਅਸੀਂ ਜੀਵਨ ਦੇਖਦੇ ਹਾਂ ਤਾਂ ਲੱਗਦਾ ਗੁਰਬਾਣੀ ਦੀ ਇਸ ਤੁਕ ਦੇ ਉੱਤੇ ਪੂਰਾ ਹੀ ਟੁਕਿਆ ਹੈ। ਉਹਨਾਂ ਨੇ ਅੱਜ ਤੱਕ ਕਿਸੇ ਵੀ ਸ਼ਕਤੀਸ਼ਾਲੀ ਰਾਜਨੀਤਿਕ ਹਸਤੀ ਦਾ ਨਾ ਡਰ ਮੰਨਿਆ ਹੈ ਤੇ ਨਾ ਹੀ ਕਿਸੇ ਨੂੰ ਡਰਾਇਆ ਹੈ। ਸੋ ਗੱਲ ਕਰੀਏ, ਆਪਾਂ ਸ਼ੁਰੂ ਕਰਦੇ ਹਾਂ ਅਸੀਂ ਉਹਨਾਂ ਦੀ ਸਵੈ ਜੀਵਨੀ। ਪਿਛਲੇ ਹਫਤੇ ਅਸੀਂ ਇਸ ਸਵੈ ਜੀਵਨੀ ਦਾ ਮੁੱਖ ਬੰਦ ਪੜ੍ਹਿਆ ਸੀ ਜੋ ਡਾਕਟਰ ਗੁਰਤੇਜ ਸਿੰਘ ਜੀ ਨੇ ਲਿਖਿਆ ਸੀ। ਉਹਨਾਂ ਨੇ ਬਹੁਤ ਸੋਹਣੀ ਤਰ੍ਹਾਂ ਬਿਆਨ ਕੀਤਾ ਪ੍ਰੋਫੈਸਰ ਜੀ ਬਾਰੇ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਿਵੇਂ 1947 ਤੋਂ ਪਹਿਲਾਂ ਹੀ ਸਿੱਖੀ ਸੋਚ ਨੂੰ ਖਤਮ ਕਰਨ ਦੇ ਮਨਸੂਬੇ ਘੜੇ ਜਾ ਚੁੱਕੇ ਸਨ। ਸੋ ਅੱਜ ਅਸੀਂ ਸਵੈ ਜੀਵਨੀ ਸ਼ੁਰੂ ਕਰਨ ਜਾ ਰਹੇ ਹਾਂ। ਸੋ ਪਹਿਲੇ ਸਿਰਲੇਖ ਦੇ ਹੇਠ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਲਿਖਦੇ ਹਨ, ਜੋ ਬੋਲੇ ਸੋ ਪੇਖੇ ਆਖੀ। ਜੀਵਨ ਇੱਕ ਐਸਾ ਸਫ਼ਰ ਹੈ ਜਿਸ ਵਿੱਚ ਮਨੁੱਖ ਨੂੰ ਉੱਚੇ ਨੀਵੇਂ ਮਨ ਪਰਬਤ ਸਾਗਰ ਆਦਿ ਲੰਘਣੇ ਪੈਂਦੇ ਹਨ ਤੇ ਕਈ ਵਾਰ ਪਥਰੀਲੀਆਂ ਤੇ ਕੰਡਿਆਲੀਆਂ ਧਰਤੀਆਂ ਤੇ ਚੱਲਦਿਆਂ ਠੇਡੇ ਖਾਂਦਿਆਂ ਪੈਰ ਲਹੂ ਲੁਹਾਨ ਤੇ ਛਾਲਿਆਂ ਨਾਲ ਭਰ ਜਾਂਦੇ ਹਨ। ਪਰ ਜਿਸ ਮੁਸਾਫਰ ਦੀ ਮਨੁੱਖੀ ਅਤੇ ਕੌਮੀ ਮੰਜ਼ਿਲ ਉਸਨੂੰ ਆਵਾਜ਼ ਮਾਰ ਰਹੀ ਹੋਵੇ, ਉਸ ਮੁਸਾਫਰ ਦੇ ਕਦਮ ਰਾਹ ਦੇ ਪੱਥਰਾਂ ਤੇ ਠੇਡਿਆਂ ਅਤੇ ਕੰਢਿਆਂ ਤੋਂ ਡਰਦਿਆਂ ਜਾਂ ਜੰਗਲ ਬੀਆਬਾਨ ਅਤੇ ਉੱਚੇ ਪਹਾੜਾਂ ਨੂੰ ਚੀਰ ਕੇ ਤੁਰਦਿਆਂ ਕਦੇ ਥੱਕਦੇ ਨਹੀਂ। ਹਰ ਠੇਡਾ ਉਸ ਮੁਸਾਫਰ ਦੇ ਕਦਮਾਂ ਵਿੱਚ ਹੋਰ ਦ੍ਰਿੜਤਾ ਤੇ ਮਜ਼ਬੂਤੀ ਲੈ ਕੇ ਆਉਂਦਾ ਹੈ। ਉਹ ਕਦੇ ਵੀ ਆਪਣੀ ਮੰਜ਼ਿਲ ਤੋਂ ਮੂੰਹ ਨਹੀਂ ਮੋੜਦਾ। ਅੱਗੋਂ ਸਿੰਘ ਸਾਹਿਬ ਲਿਖਦੇ ਹਨ, ਫਿਰ ਜਦੋਂ ਸਿੱਖੀ ਤੇ ਮਾਰੂ ਦੁੱਖਾਂ ਦੇ ਬੱਦਲ ਛਾ ਜਾਣ, ਧਰਮ ਸਿਧਾਂਤ ਅਤੇ ਧਰਮ ਅਸਥਾਨ ਢਾਏ ਜਾ ਰਹੇ ਹੋਣ, ਗੁਰੂ ਸਿਧਾਂਤ ਤੇ ਗੁਰੂ ਸਰੂਪ ਨੂੰ ਢਾਹ ਲਾਈ ਜਾ ਰਹੀ ਹੋਵੇ, ਐਸੇ ਸਮੇਂ ਜਦੋਂ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤ ਲਹੂ ਲੁਹਾਨ ਕੀਤਾ ਜਾ ਰਿਹਾ ਹੋਵੇ, ਉਸ ਵਕਤ ਜਿਨ੍ਹਾਂ ਦੇ ਜੀਵਨ ਸਫਰ ਵਿੱਚ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਕਰ ਰਹੇ ਹੋਣ ਤੇ ਗੁਰੂ ਆਵਾਜ਼ ਦੇ ਰਿਹਾ ਹੋਵੇ, ਅਗਾਹਾਂ ਕੂ ਤਰਾਂਗ ਪਿੱਛਾ ਫੇਰ ਨਾ ਮੁਹੱਡੜਾ, ਨਾਨਕ ਸਿੰਝ ਇਵੇਹਾ ਰਾਹ, ਬੋਹੜ ਨਾ ਹੋਵੀ ਜਨਮੜਾ। ਅਤੇ ਉਹਨਾਂ ਦੇ ਰਾਹਾਂ ਵਿੱਚ ਕੰਡੇ ਵਿਛਾਉਣ ਵਾਲੀ ਹਰ ਸ਼ਕਤੀ ਤੋਂ ਉਹ ਇਸ ਭਰੋਸੇ ਨਾਲ ਬੇਪਰਵਾਹ ਹੋ ਜਾਂਦੇ ਹਨ, ਬਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਇਉਂ ਇਹ ਕੰਡੇ ਬਿਖੜੇ ਰਾਹ, ਇਹ ਪੱਥਰ ਉਸ ਮੁਸਾਫਰ ਦੇ ਜੀਵਨ ਦੇ ਮੀਲ ਪੱਥਰ ਬਣ ਜਾਂਦੇ ਹਨ ਅਤੇ ਇਹੋ ਹੀ ਮੁਸਾਫਰ ਦੇ ਜੀਵਨ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਦਾ ਖਜ਼ਾਨਾ ਬਣ ਜਾਂਦੇ ਹਨ। ਅੱਗੋਂ ਪ੍ਰੋਫੈਸਰ ਸਾਹਿਬ ਲਿਖਦੇ ਹਨ, ਬਸ ਐਸੀ ਹੀ ਕਹਾਣੀ ਮੇਰੇ ਜੀਵਨ ਪੰਧ ਵਿੱਚੋਂ
ਲੰਘ ਕੇ ਕੁਝ ਵਰਿਆਂ ਰੂਪੀ ਮੀਲ ਪੱਥਰ ਦੀ ਹੈ ਕਿ ਕਿਸ ਤਰ੍ਹਾਂ ਕੌਮੀ ਦਰਦ ਵੰਡਾਉਂਦਿਆਂ ਤੇ ਪਾਪ ਹੰਡਾਉਂਦਿਆਂ ਬਿਖਰ ਚੁੱਕੀ ਕੌਮੀ ਸ਼ਕਤੀ ਦਾ ਤੀਲਾ ਤੀਲਾ ਚੁਣ ਕੇ ਇਕੱਠਾ ਕਰਦਿਆਂ ਗੁਰੂ ਸਿਧਾਂਤ ਤੇ ਪਹਿਰਾ ਦਿੰਦਿਆਂ ਧਰਮ ਅਸਥਾਨਾਂ ਵਿੱਚ ਖਿਲਰ ਚੁੱਕੀ ਮਨਮਤ ਨੂੰ ਹੂੰਝ ਕੇ ਕੌਮ ਨੂੰ ਗੁਰਮਤ ਦੇ ਪਸਾਰੇ ਲਈ ਜਾਗਰਿਤ ਕਰਦਿਆਂ ਸਭ ਤੋਂ ਵੱਧ ਜ਼ਰੂਰੀ ਇੱਕੋ ਇੱਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਲਈ ਹਰ ਪਲ ਸੰਘਰਸ਼ ਕਰਦਿਆਂ ਜੀਵਨ ਪੰਧ ਦੇ ਇਹ ਮੀਲ ਪੱਥਰ ਕਿਵੇਂ ਪਾਰ ਕੀਤੇ, ਇਹ ਗੁਰੂ ਪਰਿਵਾਰ ਭਾਵ ਆਪਣੇ ਪਰਿਵਾਰ ਰੂਪੀ ਸੰਗਤ ਨਾਲ ਸਾਂਝੇ ਕਰ ਰਿਹਾ ਹਾਂ ਤਾਂ ਕਿ ਕੌਮ ਤੱਕ ਸੱਚਾਈ ਪਹੁੰਚ ਸਕੇ। ਕਈ ਸਾਲ ਪਹਿਲਾਂ ਇਹ ਕਿਤਾਬ ਲਿਖਣੀ ਸ਼ੁਰੂ ਕੀਤੀ ਤਾਂ ਸਮੇਂ ਨਾਲ ਬੀਤੀ ਇੱਕ ਘੜੀ ਨੂੰ ਅੰਕਿਤ ਕੀਤਾ ਸੀ ਅਤੇ ਉਸ ਵਿੱਚ ਬਹੁਤ ਸਮਾਂ ਲਾਇਆ ਸੀ। ਪਰ ਟੋਰਾਂਟੋ ਤੋਂ ਕੈਲੀਫੋਰਨੀਆ ਜਾਂਦਿਆਂ 에ਅਰਪੋਰਟ ਉੱਤੇ ਕੰਪਿਊਟਰ ਵਾਲਾ ਬੈਗ ਚੋਰੀ ਹੋਣ ਕਰਕੇ ਸਭ ਕੁਝ ਚਲਾ ਗਿਆ। ਉਸ ਤੋਂ ਬਾਅਦ ਦੁਬਾਰਾ ਲਿਖਣਾ ਸ਼ੁਰੂ ਕੀਤਾ ਤਾਂ ਸਰੀਰ ਨੇ ਇੰਨਾ ਸਾਥ ਨਹੀਂ ਦਿੱਤਾ, ਜਿਸ ਕਰਕੇ ਇਸ ਕਿਤਾਬ ਵਿੱਚ ਬਹੁਤ ਕੁਝ ਲਿਖਣੋਂ ਰਹਿ ਗਿਆ ਹੈ। ਇਸ ਲਈ ਖਿਮਾ ਦਾ ਜਾਚਕ ਹਾਂ। ਇਸ ਕਿਤਾਬ ਦੀ ਦੇਰੀ ਨਾਲ ਆਉਣ ਦਾ ਕਾਰਨ ਵੀ ਇਹੀ ਹੈ। ਅੱਗੋਂ ਸਿੰਘ ਸਾਹਿਬ ਲਿਖਦੇ ਹਨ, ਬਸ ਸੱਦੜੇ ਦੀ ਉਡੀਕ ਵਿੱਚ ਪਤਾ ਨਹੀਂ ਜੀਵਨ ਦਾ ਕਿੰਨਾ ਸਮਾਂ ਬਾਕੀ ਹੈ। ਤੁਸੀਂ ਵੀ ਅਰਦਾਸ ਕਰਿਓ ਤੇ ਮੈਂ ਵੀ ਇਹੀ ਅਰਦਾਸ ਕਰਦਾ ਹਾਂ ਕਿ ਸਤਿਗੁਰ ਗੁਰਬਾਣੀ ਦੇ ਲੜ ਲਾ ਕੇ ਰੱਖਣ ਤਾਂ ਜੋ ਜੀਵਨ ਦੇ ਰਹਿੰਦੇ ਅਣਜਾਣੇ ਪਲਾਂ ਵਿੱਚ ਵੀ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੁੱਕਰ। ਅੱਗੋਂ ਲਿਖਦੇ ਹਨ ਆਪਣਾ ਨਾਮ ਦਰਸ਼ਨ ਸਿੰਘ ਖਾਲਸਾ, ਸਾਬਕਾ ਸੇਵਾਦਾਰ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ। ਹੁਣ ਇਸ ਤੋਂ ਅਗਲਾ ਜਿਹੜਾ ਭਾਗ ਸਿੰਘ ਸਾਹਿਬ ਲਿਖਦੇ ਹਨ, ਉਹਨਾਂ ਨੇ ਆਪਣੇ ਮੁੱਢਲੇ ਜੀਵਨ ਬਾਰੇ ਲਿਖਿਆ ਹੈ। ਮੇਰੇ ਪਿਤਾ ਗਿਆਨੀ ਗੁਰਬਖਸ਼ ਸਿੰਘ ਜਗਰਾਉਂ ਨਿਵਾਸੀ ਮਾਸਟਰ ਤਾਰਾ ਸਿੰਘ ਜੀ ਦੇ ਸਮੇਂ ਤੋਂ ਹੀ ਟਕਸਾਲੀ ਅਕਾਲੀ ਤੇ ਸਰਕਲ ਜਥੇਦਾਰ ਰਹੇ ਸਨ। ਉਹ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁਰਾਣੇ ਸਾਥੀ ਸਨ ਅਤੇ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਇਹਨਾਂ ਨੇ ਇਕੱਠਿਆਂ ਜੇਲਾਂ ਕੱਟੀਆਂ ਸਨ। ਜਗਰਾਉਂ ਹਲਕੇ ਤੋਂ ਸਰਦਾਰ ਲక్ష్మణ ਸਿੰਘ ਗਿੱਲ ਦੀਆਂ ਸਾਰੀਆਂ ਇਲੈਕਸ਼ਨਾਂ ਸਮੇਂ ਘਰ ਅਕਸਰ ਸਿਆਸਤ ਦਾ ਕੇਂਦਰ ਬਣਿਆ ਰਹਿੰਦਾ। ਬੇਸ਼ੱਕ ਇਉਂ ਕੌਮੀ ਰਾਜਨੀਤੀ ਦਾ ਪ੍ਰਭਾਵ ਪਰਿਵਾਰ ਵਿੱਚ ਚੱਲਿਆ ਆਉਂਦਾ ਸੀ, ਪਰ ਨਾਨਾ ਜੀ ਭਾਈ ਅਰਜਨ ਸਿੰਘ ਜੀ ਪਾਸੋਂ ਮਿਲੀ ਗੁੜਤੀ ਅਤੇ ਵਿਰਾਸਤ ਵਿੱਚ ਮਿਲੀ ਗੁਰਬਾਣੀ ਕੀਰਤਨ ਦੀ ਦਾਤ ਕਰਕੇ ਮੇਰਾ ਧਿਆਨ ਗੁਰਬਾਣੀ ਕੀਰਤਨ ਵੱਲ ਹੀ ਜ਼ਿਆਦਾ ਰਿਹਾ। ਨਾਲੇ ਇਸ ਕਰਕੇ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਅਥਾਹ ਪਿਆਰ ਤੇ ਸਤਿਕਾਰ ਬਖਸ਼ਿਆ ਹੋਇਆ ਸੀ ਤੇ ਮੈਂ ਕਦੇ ਬਹੁਤਾ ਧਿਆਨ ਕੌਮੀ ਰਾਜਨੀਤੀ ਵੱਲ ਦਿੱਤਾ ਵੀ ਨਹੀਂ ਸੀ। ਅੱਗੋਂ ਸਿੰਘ ਸਾਹਿਬ ਲਿਖਦੇ ਹਨ ਕਿ ਉਹਨਾਂ ਦਾ ਕੌਮੀ ਸੰਘਰਸ਼ ਦੇ ਵਿੱਚ ਕਿਵੇਂ ਪ੍ਰਵੇਸ਼ ਹੋਇਆ। ਉਹਨਾਂ ਨੇ ਆਪਣੇ ਮੁੱਢਲੇ ਜੀਵਨ ਬਾਰੇ ਬਸ ਇੰਨਾ ਹੀ ਲਿਖਿਆ ਹੈ ਤੇ ਅਗਲਾ ਜਿਹੜਾ ਭਾਗ ਹੈ ਉਸ ਵਿੱਚ ਲਿਖ ਰਹੇ ਹਨ ਕੌਮੀ ਸੰਘਰਸ਼ ਵਿੱਚ ਪ੍ਰਵੇਸ਼। 1980ਵਿਆਂ ਵਿੱਚ ਕੌਮੀ ਹਾਲਾਤ ਖਤਰਨਾਕ ਮੋੜ ਉੱਤੇ ਸਨ। ਦ੍ਰਿਸ਼ ਇਸ ਤਰ੍ਹਾਂ ਦਾ ਸੀ ਜਿਵੇਂ ਭਾਈ ਗੁਰਦਾਸ ਜੀ ਨੇ ਚਿਤਰਿਆ ਹੈ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਕੌਮ ਇਹਨਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਸੀ। ਕੌਮ ਦਾ ਹਰ ਬਸ਼ਰ ਇੱਕ ਤਾਂਗ ਲਾ ਕੇ ਬੈਠਾ ਸੀ ਕਿ ਕਿਸੇ ਤਰ੍ਹਾਂ ਕੋਈ ਜ਼ਰੀਆ ਨਿਕਲੇ, ਸਾਡੇ ਬੱਚੇ ਬਚ ਜਾਣ, ਸਾਡੇ ਜਾਨ ਮਾਲ ਦੀ ਰਾਖੀ ਹੋ ਸਕੇ। ਇਸ ਦੇ ਉਲਟ ਕੌਮੀ ਲੀਡਰਸ਼ਿਪ ਵਿੱਚ ਉਹ ਹਾਲਾਤ ਪੈਦਾ ਹੋ ਗਏ ਸਨ ਜਿਨ੍ਹਾਂ ਨੂੰ ਅਤ ਘਿਨਾਉਣਾ ਆਖਿਆ ਜਾ ਸਕਦਾ ਹੈ। ਕੌਮ ਦੇ ਨੌਜਵਾਨਾਂ ਦੀਆਂ ਲਾਸ਼ਾਂ ਤੇ ਵੀ ਕੁਰਸੀਆਂ ਢਾਹ ਕੇ ਆਪੋ ਆਪਣੀ ਲੀਡਰੀ ਕਾਇਮ ਕਰਨ ਦੀ ਦੌੜ ਲੱਗੀ ਹੋਈ ਸੀ। ਆਪਸ ਵਿੱਚ ਟਕਰਾਅ ਇੰਨਾ ਕੁ ਵੱਧ ਚੁੱਕਾ ਸੀ ਕਿ ਅਕਾਲੀ ਦਲ ਤੇ ਕਈ ਹਿੱਸੇ ਹੋ ਗਏ ਸਨ। ਅੱਗੋਂ ਸਿੰਘ ਸਾਹਿਬ ਲਿਖਦੇ ਨੇ, ਜਿਸ ਕਿਸੇ ਨੂੰ ਅਕਾਲੀ ਦਲ ਵਿੱਚ ਆਪਣੀ ਮਰਜ਼ੀ ਦੀ ਥਾਂ ਨਹੀਂ ਮਿਲੀ, ਉਸਨੇ ਆਪਣਾ ਵੱਖਰਾ ਅਕਾਲੀ ਦਲ ਬਣਾ ਲਿਆ। ਉੱਥੇ ਥਾਂ ਨਹੀਂ ਮਿਲੀ, ਕਿਸੇ ਹੋਰ ਥਾਂ ਤੇ ਜਾ ਕੇ ਬਣਾ ਲਿਆ।
ਹਰ ਕੋਈ ਚਾਹੁੰਦਾ ਸੀ ਕਿ ਉਸ ਦੇ ਨਾਂ ਨਾਲ ਅਕਾਲੀ ਦਲ ਸ਼ਬਦ ਜੁੜਿਆ ਰਹੇ, ਕਿਉਂਕਿ ਇਸ ਦਾ ਪੁਰਾਣਾ ਇਤਿਹਾਸ ਸੀ ਅਤੇ ਹਰ ਕੋਈ ਇਸ ਸੁਨਹਿਰੇ ਇਤਿਹਾਸ ਦਾ ਲਾਹਾ ਖੱਟਣਾ ਚਾਹੁੰਦਾ ਸੀ। ਹਰ ਕਿਸੇ ਨੂੰ ਪਤਾ ਸੀ ਕਿ ਜੇ ਉਸ ਦੀ ਪਾਰਟੀ ਨਾਲ ਇਹ ਨਾਮ ਜੁੜਿਆ ਰਹੇਗਾ ਤਾਂ ਉਸ ਨੂੰ ਜ਼ਿਆਦਾ ਮਸ਼ਹੂਰੀ ਮਿਲੇਗੀ। ਇੱਕ ਅਕਾਲੀ ਦਲ ਨਾਮ ਥੱਲੇ ਹੀ ਕਈ ਪਾਰਟੀਆਂ ਬਣ ਗਈਆਂ। ਜਦੋਂ ਇੰਨੀਆਂ ਪਾਰਟੀਆਂ ਬਣ ਗਈਆਂ ਤਾਂ ਹਾਲਾਤ ਐਸੇ ਪੈਦਾ ਹੋਏ ਕਿ ਲੀਡਰਸ਼ਿਪ ਦੀ ਬਜਾਏ ਕੋਈ ਕੌਮੀ ਕਾਜ ਦੀ ਗੱਲ ਕਰੇ ਜਾਂ ਔਖੇ ਵੇਲੇ ਨੂੰ ਸੰਭਾਲੇ, ਉਸਦੀ ਸਾਰੀ ਸ਼ਕਤੀ ਇਸ ਗੱਲ ਤੇ ਲੱਗ ਗਈ ਕਿ ਦੂਜੇ ਅਕਾਲੀ ਦਲ ਨੂੰ ਕਿਵੇਂ ਨੀਵਾਂ ਦਿਖਾਇਆ ਜਾਏ। ਇਹਨਾਂ ਪਾਰਟੀਆਂ ਦੀ ਸਾਰੀ ਸ਼ਕਤੀ ਆਪਸੀ ਟਕਰਾਅ ਵਿੱਚ ਹੀ ਲੱਗ ਗਈ। ਕੌਮ ਇਸ ਤਰ੍ਹਾਂ ਸਾਰੀ ਅਧੋਗਤੀ ਨੂੰ ਵੇਖ ਕੇ ਖੂਨ ਦੇ ਅਥਰੂ ਰੋ ਰਹੀ ਸੀ। ਉਹਨਾਂ ਦਿਨਾਂ ਦੀ ਗੱਲ ਹੈ ਜਿਸ ਨੂੰ ਚੇਤੇ ਕਰਕੇ ਉਹ ਲਿਖਦੇ ਨੇ। ਉਹਨਾਂ ਦਿਨਾਂ ਦੀ ਇੱਕ ਗੱਲ ਹੁਣ ਤੱਕ ਚੇਤੇ ਹੈ। ਉਸ ਸਮੇਂ ਮੈਂ ਇੱਕ ਆਮ ਵਿਅਕਤੀ ਵਾਂਗ ਹੀ ਸੀ। ਲੁਧਿਆਣੇ ਵਿੱਚ ਗਿਆਨੀ ਜਗਤਾਰ ਸਿੰਘ ਜਾਚਕ ਨਾਲ ਕਿਸੇ ਕੀਰਤਨ ਸਮਾਗਮ ਤੋਂ ਬਾਅਦ ਅਸੀਂ ਇਕੱਠੇ ਬੈਠੇ ਸੀ। ਮਨ ਅੰਦਰ ਐਵੇਂ ਖਿਆਲ ਆਇਆ ਕਿ ਇੱਕ ਵਾਰ ਇਹਨਾਂ ਲੀਡਰਾਂ ਨੂੰ ਕਹਿ ਕੇ ਵੇਖੀਏ ਕਿ ਹੁਣ ਦੇ ਹਾਲਾਤ ਵਿੱਚ ਤੁਸੀਂ ਆਪਣੇ ਆਪ ਨੂੰ ਬਦਲੋ, ਕੌਮੀ ਆਵਾਜ਼ ਸੁਣੋ। ਸਾਰੀ ਜ਼ਿੰਦਗੀ ਤੁਸੀਂ ਇਹਨਾਂ ਕੋਲੋਂ ਮਾਨ ਸਨਮਾਨ ਲਿਆ ਹੈ ਅਤੇ ਅੱਜ ਕੌਮ ਦੀ ਹਾਲਤ ਕਿੱਥੋਂ ਤੱਕ ਪਹੁੰਚ ਚੁੱਕੀ ਹੈ। ਤੁਸੀਂ ਇਸ ਪਾਸੇ ਧਿਆਨ ਨਹੀਂ ਦੇ ਰਹੇ। ਉੱਥੇ ਹੀ ਆਲਮਗੀਰ ਗੁਰਦੁਆਰੇ ਵਿੱਚ ਇੱਕ ਸਮਾਗਮ ਸੀ ਅਤੇ ਪਤਾ ਲੱਗਾ ਕਿ ਤਲਵੰਡੀ ਜੀ ਨੇ ਉੱਥੇ ਆਉਣਾ ਹੈ। ਉਹਨਾਂ ਨਾਲ ਕੋਈ ਖਾਸ ਵਾਕਫੀਅਤ ਨਹੀਂ ਸੀ। ਉਹ ਮੇਰੇ ਪਿਤਾ ਜੀ ਦੇ ਦੋਸਤ ਸਨ ਅਤੇ ਉਹ ਮੈਨੂੰ ਇੱਕ ਕੀਰਤਨੀਏ ਵਜੋਂ ਹੀ ਜਾਣਦੇ ਸਨ। ਅਸੀਂ ਦੋਵੇਂ, ਜਾਚਕ ਜੀ ਤੇ ਮੈਂ, ਸੁਭਾਵਕ ਹੀ ਬਿਨਾਂ ਕਿਸੇ ਸੰਸਥਾ ਜਾਂ ਕਿਸੇ ਹੋਰ ਰੂਪ ਦੇ ਉਹਨਾਂ ਨੂੰ ਉੱਥੇ ਜਾ ਕੇ ਮਿਲੇ ਅਤੇ ਉਹਨਾਂ ਨੂੰ ਐਨੇ ਹੀ ਸ਼ਬਦ ਕਹੇ, ਤਲਵੰਡੀ ਸਾਹਿਬ, ਕੌਮ ਦੇ ਕੀ ਹਾਲਾਤ ਨੇ, ਤੁਸੀਂ ਇਹਨਾਂ ਹਾਲਾਤਾਂ ਵਿੱਚ ਵੀ ਕੌਮ ਦੇ ਪ੍ਰਤੀ ਨਹੀਂ ਸੋਚਦੇ। ਇਹ ਸਾਰੀ ਲੀਡਰਸ਼ਿਪ ਆਪਸ ਵਿੱਚ ਮਿਲ ਬੈਠੇ ਕੁਝ ਸੋਚੋ ਕਿ ਕੀ ਹਾਲਾਤ ਹਨ, ਸ਼ਾਇਦ ਕੌਮ ਦਾ ਕੁਝ ਬਣ ਜਾਏ। ਉਹਨਾਂ ਦਾ ਜਵਾਬ ਮੈਂ ਕਈ ਥਾਵਾਂ ਤੇ ਬਿਆਨ ਕਰ ਚੁੱਕਾ ਹਾਂ। ਉਹ ਕਿਉਂਕਿ ਸਿੱਧੇ ਸੁਭਾਅ ਦੇ ਅਤੇ ਸਪਸ਼ਟ ਗੱਲ ਕਰਨ ਵਾਲੇ ਵਿਅਕਤੀ ਸਨ, ਉਹਨਾਂ ਨੇ ਖੂਬਸੂਰਤ ਲਫ਼ਜ਼ਾਂ ਵਿੱਚ ਕਿਹਾ, ਪੁੱਤਰੋ, ਮੇਰੀ ਸੱਚੀ ਗੱਲ ਸੁਣਨਾ ਚਾਹੁੰਦੇ ਹੋ ਤਾਂ ਫਿਰ ਇਹ ਕਰੋ ਕਿ ਮੈਨੂੰ, ਟੌੜੇ, ਬਾਦਲ ਤੇ ਲੌਂਗੋਵਾਲ ਨੂੰ ਸਾਰਿਆਂ ਨੂੰ ਦਰਖਤ ਨਾਲ ਬੰਨ੍ਹ ਕੇ ਚੌਹਾਂ ਨੂੰ ਗੋਲੀ ਮਾਰ ਦਿਓ। ਬਸ ਉਸ ਦਿਨ ਕੌਮ ਦਾ ਕੁਝ ਬਣ ਜਾਏਗਾ। ਜਿੰਨੀ ਦੇਰ ਅਸੀਂ ਨਹੀਂ ਮਰਦੇ, ਇਸ ਕੌਮ ਦਾ ਕੁਝ ਨਹੀਂ ਬਣਨਾ। ਯਾਨੀ ਕਿ ਉਹਨਾਂ ਨੇ ਇਹਨਾਂ ਲਫ਼ਜ਼ਾਂ ਵਿੱਚ ਆਪਣੇ ਮਨ ਦਾ ਜਜ਼ਬਾ ਬਿਆਨ ਕੀਤਾ ਸੀ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਤੋਂ ਕੌਮ ਲੰਘ ਰਹੀ ਸੀ ਅਤੇ ਲੀਡਰਸ਼ਿਪ ਦਾ ਧਿਆਨ ਇਸ ਪਾਸੇ ਨਹੀਂ ਸੀ। ਲੀਡਰਸ਼ਿਪ ਦੇ ਬੇਧਿਆਨੇ ਹੋਣ ਕਰਕੇ ਕਈ ਲੋਕ ਦੁਖੀ ਸਨ ਅਤੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ। ਸੋ ਅਸੀਂ ਇਸ ਸਵੈ ਜੀਵਨੀ ਦੇ ਅੱਜ ਅਸੀਂ 2 ਭਾਗ ਪੜ੍ਹੇ ਨੇ। ਪਹਿਲੇ ਭਾਗ ਜਿਹਦੇ ਵਿੱਚ ਉਹਨਾਂ ਨੇ ਆਪਣਾ ਮੁੱਢਲਾ ਜੀਵਨ ਦੱਸਿਆ ਤੇ ਅਗਲੇ ਭਾਗ ਦੇ ਵਿੱਚ ਉਹਨਾਂ ਨੇ ਕੌਮੀ ਸੰਘਰਸ਼ ਵਿੱਚ ਕਦੋਂ ਪ੍ਰਵੇਸ਼ ਕੀਤਾ। ਗਿਆਨੀ ਜਗਤਾਰ ਸਿੰਘ ਜੀ ਜਾਚਕ ਦੇ ਨਾਲ ਉਹ ਜਦੋਂ ਜਥੇਦਾਰ ਤਲਵੰਡੀ ਨੂੰ ਮਿਲੇ ਨੇ, ਉਹਨਾਂ ਦੇ ਨਾਲ ਉਹਨਾਂ ਦੀ ਕੀ ਗੱਲਬਾਤ ਹੋਈ ਹੈ, ਇਹ ਉਹਨਾਂ ਨੇ ਬਿਆਨ ਕੀਤਾ। ਸੋ ਅੱਜ ਦੇ ਅਸੀਂ ਇਸ ਭਾਗ ਦੇ ਵਿੱਚ ਇੰਨਾ ਹੀ ਪੜਾਂਗੇ। ਆਉਣ ਵਾਲੇ ਅਗਲੇ ਭਾਗ ਦੇ ਵਿੱਚ ਇਸ ਪੁਸਤਕ ਦੇ ਅਗਲੇ ਹਿੱਸੇ ਪੜ੍ਹੇ ਜਾਣਗੇ। ਜਿਸ ਵੀ ਕਿਸੇ ਵੀਰ ਭੈਣ ਨੇ ਇਹ ਕਿਤਾਬ ਪੜ੍ਹਨੀ ਹੋਵੇ ਉਹ ਆਨਲਾਈਨ ਵੀ ਮੰਗਵਾ ਸਕਦਾ ਹੈ ਤੇ ਕਿਤੋਂ ਵੀ ਇਹ ਕਿਤਾਬ ਜਿਹੜੀ ਹੈ ਮਿਲ ਸਕਦੀ ਹੈ। ਤੇ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰੋਫੈਸਰ ਦਰਸ਼ਨ ਸਿੰਘ ਜੀ ਹੋਣਾ ਨੂੰ ਉਹ ਅਕਾਲ ਪੁਰਖ ਏਦਾਂ ਹੀ ਚੜ੍ਹਦੀ ਕਲਾ ਵਾਲਾ ਤੰਦਰੁਸਤ ਜੀਵਨ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੰਥ ਨੂੰ ਅੱਗੇ ਹੋਰ ਲੈ ਕੇ ਜਾ ਸਕਣ, ਪੰਥ ਨੂੰ ਸੇਧ ਦੇ ਸਕਣ। ਸੋ ਇੰਨਾ ਹੀ ਸ਼ਬਦਾਂ ਦੇ ਨਾਲ ਤੁਹਾਡੇ ਕੋਲੋਂ ਵਿਦਾ ਮੰਗਦੀ ਹਾਂ। ਸਭ ਦਾ ਹੀ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।